ਸਟਾਰ ਏਸ਼ੀਆ ਪੀਟੀਵੀ ਦੇ ਦਰਸ਼ਕਾਂ ਦਾ ਇੱਕ ਵਾਰ ਫਿਰ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਸਿਆਸਤ ਤੇ ਰੰਗ। ਦਿੱਲੀ ਕਿਸਾਨ ਅੰਦੋਲਨ ਸਿੰਘੂ ਬਾਰਡਰ ਦੇ ਉੱਤੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀ ਘਟਨਾ ਵਾਪਰਨ ਤੋਂ ਬਾਅਦ ਉੱਥੇ ਇੱਕ ਵਿਅਕਤੀ ਦਾ ਕਤਲ ਹੋ ਗਿਆ ਤੇ ਉਸ ਕਤਲ ਤੋਂ ਬਾਅਦ ਹੁਣ ਕਈ ਜਿਉਂ-ਜਿਉਂ ਸਮਾਂ ਬੀਤਦਾ ਜਾ ਰਿਹਾ ਕਈ ਅਹਿਮ ਖੁਲਾਸੇ ਸਾਹਮਣੇ ਆ ਰਹੇ ਨੇ। ਹੁਣ ਤੱਕ ਇਸ ਕਤਲ ਦੇ ਵਿੱਚ 4 ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਔਰ ਚਾਰੇ ਹੀ ਨਿਹੰਗ ਸਿੰਘਾਂ ਨੇ ਆਪਣੇ ਆਪ ਉੱਥੇ ਜਿਹੜਾ ਆਤਮ ਸਮਰਪਣ ਕੀਤਾ ਹੈ ਔਰ ਖੁੱਲ੍ਹੇਆਮ ਉਹਨਾਂ ਨੇ ਇਹ ਜੋ ਘਟਨਾ ਸੀ ਇਹਦੇ ਪਿਛਲੇ ਜੋ ਸੱਚਾਈ ਸੀ ਉਹ ਬਿਲਕੁਲ ਸਾਹਮਣੇ ਲਿਆਂਦੀ ਆ, ਸੱਚ ਕਬੂਲਿਆ। ਖਾਲਸਾਈ ਰਵਾਇਤਾਂ ਨੂੰ ਉਹਨਾਂ ਨੇ ਦੁਬਾਰਾ ਜਿਹੜਾ ਦੁਹਰਾਇਆ ਹੈ ਔਰ ਬਹੁਤ ਵੱਡੇ ਪੱਧਰ ਤੇ ਦੇਸ਼ ਵਿਦੇਸ਼ ਦੇ ਸਿੱਖ ਹਲਕਿਆਂ ਦੇ ਵਿੱਚ ਸੰਬੰਧੀ ਖੁਸ਼ੀ ਪਾਈ ਜਾ ਰਹੀ ਹੈ, ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਚੱਲ ਰਹੀਆਂ ਸਨ। ਸਭ ਤੋਂ ਪਹਿਲੀ ਗੱਲ ਤੇ ਕੋਈ ਦੋਸ਼ੀ ਫੜਿਆ ਹੀ ਨਹੀਂ ਸੀ ਜਾਂਦਾ ਔਰ ਜੇਕਰ ਕੋਈ ਫੜ ਲਿਆ ਜਾਂਦਾ ਸੀ ਤੇ ਪੁਲਿਸ ਪ੍ਰਸ਼ਾਸਨ ਤੇ ਹੋਰ ਨਿਆਂਪਾਲਕਾਵਾਂ ਉਸ ਨੂੰ ਬਿਲਕੁਲ ਨੀਮ ਪਾਗਲ ਕਰਾਰ ਦੇ ਕੇ ਉਹ ਬਿਲਕੁਲ ਬਰੀ ਕਰ ਦਿੱਤੇ ਜਾਂਦੇ ਸਨ। ਪਰ ਇਹ ਜੋ ਘਟਨਾ ਵਾਪਰੀ ਆ ਕਿ ਸਭ ਬਿਲਕੁਲ ਸ਼ਰੇਆਮ ਜਿਹੜਾ ਉਸ ਨੂੰ ਉੱਥੇ ਵੱਢ ਕੇ ਤੇ ਇੱਕ ਬੈਰੀਕੇਡ ਦੇ ਨਾਲ ਜਿਹੜਾ ਲਟਕਾ ਦਿੱਤਾ ਗਿਆ। ਨਿਹੰਗ ਸਿੰਘਾਂ ਵੱਲੋਂ ਵੀ ਇਸ ਸੰਬੰਧੀ ਅਹਿਮ ਜਿਹੜੇ ਨੇ ਉਹ ਖੁਲਾਸੇ ਕੀਤੇ ਗਏ। ਉਹਨਾਂ ਕਿਹਾ ਕਿ ਇਸ ਬੰਦੇ ਨੇ ਸਾਨੂੰ ਦੱਸਿਆ ਕਿ ਤਕਰੀਬਨ 20 ਬੰਦਿਆਂ ਦੀ ਟੀਮ ਜਿਹੜੀ ਆ ਉਹ ਦਿੱਲੀ ਦੇ ਵਿੱਚ ਆਈ ਸੀ, ਜਿਨ੍ਹਾਂ ਵਿੱਚੋਂ ਇੱਕ ਇਹ ਸੀ ਤੇ 19 ਬੰਦਿਆਂ ਦੀ ਟੀਮ ਅਜੇ ਵੀ ਹੋਰ ਜਿਹੜੀ ਆ ਉਹ ਦਿੱਲੀ ਦੇ ਵਿੱਚ ਹੈ। ਇਹ ਘਟਨਾ ਦੇ ਉੱਤੇ ਬਹੁਤ ਸਾਰੇ ਜਿਹੜੇ ਰਾਜਨੀਤਿਕ ਤੇ ਹੋਰ ਜਿਹੜੇ ਵੱਖੋ-ਵੱਖ ਗਰੁੱਪ ਨੇ ਉਹਨਾਂ ਵੱਲੋਂ ਸਿਆਸੀ ਰੋਟੀਆਂ ਜਿਹੜੀਆਂ ਸਿੱਕੀਆਂ ਜਾ ਰਹੀਆਂ ਨੇ ਔਰ ਇੰਨੇ ਨੀਵੇਂ ਪੱਧਰ ਤੇ ਜਾ ਕੇ ਉਹਨਾਂ ਵੱਲੋਂ ਇਸ ਘਟਨਾ ਦੀ ਸਿਆਸਤ ਦਾ ਫਾਇਦਾ ਉਠਾਇਆ ਜਾ ਰਿਹਾ ਹੈ ਕਿ ਜਿਹੜਾ ਸ਼ਾਇਦ ਪਹਿਲਾਂ ਕਦੀ ਵੀ ਇਸ ਤਰ੍ਹਾਂ ਨਾ ਵਾਪਰਿਆ ਹੋਵੇ। ਇਸ ਘਟਨਾ ਨੇ ਬਹੁਤ ਸਾਰੇ ਚਿਹਰੇ ਵੀ ਨੰਗੇ ਕਰਕੇ ਰੱਖ ਦਿੱਤੇ ਨੇ ਔਰ ਉਹਨਾਂ ਚਿਹਰਿਆਂ ਦੀ ਸਿਆਸਤ ਨੂੰ ਵੀ ਸਾਹਮਣੇ ਲਿਆ ਕੇ ਰੱਖ ਦਿੱਤਾ ਕਿ ਉਹ ਕਿਸ ਕਿਸਮ ਦੀ ਸਿਆਸਤ ਜਿਹੜੀ ਕਰ ਰਹੇ ਨੇ। ਹੁਣ ਨਿਹੰਗ ਸਿੰਘਾਂ ਵੱਲੋਂ ਜਿਹੜਾ ਹੁਣ ਤੱਕ ਜਿਹੜੇ 4 ਨਿਹੰਗ ਸਿੰਘ ਜਿਹੜੇ ਨੇ ਉਹ ਜਿਨ੍ਹਾਂ ਨੇ ਆਤਮ ਸਮਰਪਣ ਕੀਤਾ, 2 ਨੇ, ਇੱਕ ਨੇ ਪਰਸੋਂ, ਇੱਕ ਨੇ ਕੱਲ ਤੇ 2 ਹੋਰ ਦਾ ਕਰਵਾਤਾ ਔਰ ਨਿਹੰਗ ਸਿੰਘਾਂ ਨੇ ਇਹਨਾਂ 4 ਨਿਹੰਗ ਸਿੰਘਾਂ ਦੇ ਆਤਮ ਸਮਰਪਣ ਤੋਂ ਬਾਅਦ ਜਿਹੜੀ ਉਹਨਾਂ ਦੀ ਜਥੇਬੰਦੀਆਂ ਨੇ ਐਲਾਨ ਕਰ ਦਿੱਤਾ ਕਿ ਜੇ ਹੁਣ 4 ਤੋਂ ਵੱਧ ਕਿਸੇ ਹੋਰ ਦੀ ਗ੍ਰਿਫਤਾਰੀ ਵਾਸਤੇ ਮਜਬੂਰ ਕੀਤਾ ਗਿਆ ਜਾਂ ਆਤਮ ਸਮਰਪਣ ਲਈ ਮਜਬੂਰ ਕੀਤਾ ਗਿਆ ਤੇ ਫਿਰ ਅਸੀਂ ਆਪਣੇ ਚਾਰੇ ਸਿੰਘ ਵੀ ਛਡਵਾਵਾਂਗੇ ਤੇ ਫਿਰ ਜੋ ਨਤੀਜੇ ਸਰਕਾਰਾਂ ਨੂੰ ਭੁਗਤਣੇ ਪੈਣਗੇ ਉਹਦੇ ਵਾਸਤੇ ਤਿਆਰ ਰਹਿਣ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਇੱਕ ਪਾਸੇ ਲਖੀਮਪੁਰ ਖੀਰੀ ਦਾ ਜਿਹੜਾ ਕਾਂਡਾ ਵਾਪਰਦਾ ਇੱਕ ਬਹੁਤ ਹੀ ਬਾਹੂਬਲੀ ਕਿਸਮ ਦਾ ਗੁੰਡਾ ਕਿਸਮ ਦਾ ਭਾਜਪਾ ਦਾ ਬੰਦਾ ਸ਼ਰੇਆਮ ਲੋਕਾਂ ਦੇ ਸਾਹਮਣੇ ਸ਼ਰੇਆਮ ਉਹ ਕਿਸਾਨਾਂ ਨੂੰ ਆਪਣੀਆਂ ਗੱਡੀਆਂ ਥੱਲੇ ਦੇ ਕੇ ਮਾਰ ਜਾਂਦਾ ਹੈ ਤੇ ਅਜੇ ਤੱਕ ਉਹ ਕਿਸੇ ਗੱਲ ਜਿਹੜੀ ਕੋਈ ਤਨ ਪੱਤਰ ਨਹੀਂ ਲੱਗੀ। 1 ਜਾਂ 2 ਗ੍ਰਿਫਤਾਰੀਆਂ ਹੋਈਆਂ, ਉਸ ਤੋਂ ਬਾਅਦ ਕੋਈ ਜਾਂਚ ਦਾ ਜਿਹੜਾ ਘੇਰਾ ਵਿਸ਼ਾਲ ਕੀਤਾ ਹੀ ਨਹੀਂ ਗਿਆ। ਦੂਜੇ ਪਾਸੇ ਘਟਨਾ ਤੋਂ ਬਾਅਦ ਨਿਹੰਗ ਸਿੰਘਾਂ ਵੱਲੋਂ ਆਤਮ ਸਮਰਪਣ ਕਰਨ ਤੋਂ ਬਾਅਦ ਵੀ ਜਿਹੜਾ ਹੈ ਉਹ ਬੜਾ ਜਿਹੜਾ ਵਾ ਉਹ ਵਾਵੇਲਾ ਮਚਾਇਆ ਜਾ ਰਿਹਾ। ਉਸ ਘਟਨਾ ਦੇ ਉੱਤੇ ਜਿਨ੍ਹਾਂ ਨੇ ਆਪਣੇ ਮੂੰਹ ਸੀ ਕੇ ਰੱਖੇ ਉਹ ਵੀ ਹੁਣ ਆਪਣੀਆਂ ਵਾਸ਼ਾਂ ਪਾੜ ਕੇ ਬੋਲ ਰਹੇ ਨੇ ਇਸ ਘਟਨਾ ਤੋਂ ਲਾਹਾ ਲੈਣ ਵਾਸਤੇ ਔਰ ਇਹ ਘਟਨਾ ਵੀ ਬਹੁਤ ਸਾਰੇ ਆਪਣੇ ਪਿੱਛੇ ਸਵਾਲ ਛੱਡ ਕੇ ਗਈ ਹੈ। ਸਵਾਲ ਸਭ ਤੋਂ ਵੱਡਾ ਇਹ ਹੈ ਕਿ ਕੀ ਕਾਰਨ ਹੈ ਕਿ ਸਿੰਘੂ ਬਾਰਡਰ ਤੇ ਇਹ ਘਟਨਾ ਕਿਉਂ ਜਿਹੜੀ ਕਰਵਾਉਣੀ ਪਈ। ਤੁਸੀਂ ਦੇਖੋ, ਜਦੋਂ ਆਪਾਂ ਜਿਹੜੇ ਸਿੰਘੂ ਬਾਰਡਰ ਜਾਂ ਹੋਰਨਾਂ ਥਾਵਾਂ ਤੇ ਕਿਸਾਨ ਬੈਠੇ ਨੇ, ਖਾਸ ਕਰ ਜਿਹੜੇ ਪੰਜਾਬ ਦੇ, ਜਦੋਂ ਉਹਨਾਂ ਨੇ ਕਿਸਾਨੀ ਸੰਘਰਸ਼ ਨੂੰ ਆਰੰਭ ਕੀਤਾ ਸੀ ਤੇ ਰਸਤੇ ਵਿੱਚ ਆਉਣ ਵਾਲੀ ਹਰ ਇੱਕ ਔਂਕੜ ਨੂੰ ਅੱਗੇ ਲੱਗ ਕੇ ਇਹਨਾਂ ਨਿਹੰਗ ਸਿੰਘਾਂ ਨੇ ਜੇ ਬੈਰੀਕੇਡ ਤੋੜ ਕੇ ਅੱਗੇ ਵਧਣ ਦੀ ਗੱਲ ਹੈ, ਨਿਹੰਗ ਸਿੰਘ ਅੱਗੇ ਛਾਤੀਆਂ ਲਾ ਕੇ ਲੜੇ
ਜਿੱਥੇ ਕਿਤੇ ਪੁਲਿਸ ਨੇ ਅਗਲੇ ਪਾਸਿਓਂ ਤਸ਼ੱਦਦ ਕਰਨ ਦੀ ਗੱਲ ਆਈ, ਨਿਹੰਗ ਸਿੰਘਾਂ ਨੇ ਉਹ ਸਾਰੇ ਮੋਰਚੇ ਤੋੜ ਕੇ ਕਿਸਾਨਾਂ ਨੂੰ ਦਿੱਲੀ ਪਹੁੰਚਾਇਆ। ਔਰ ਇਹ ਇੱਕ ਬੜਾ ਵੱਡਾ ਇਹਦੇ ਪਿੱਛੇ ਕਾਰਨ ਹੈ ਕਿ ਜਿਹੜੀ ਇਸ ਸਮੇਂ ਮੌਕੇ ਦੀ ਹਕੂਮਤ ਆ, ਜਿਹੜੀ ਕੇਂਦਰ ਦੇ ਵਿੱਚ ਭਾਜਪਾ ਦੀ ਸਰਕਾਰ ਆ, ਉਹ ਚਾਹੁੰਦੀ ਏ ਕਿ ਦਿੱਲੀ ਦੇ ਬੈਠੇ ਕਿਸਾਨਾਂ ਨੂੰ ਉਠਾਉਣ ਤੋਂ ਪਹਿਲਾਂ ਜਿਨ੍ਹਾਂ ਨੇ ਸਾਡੇ ਰਾਹ ਦੇ ਵਿੱਚ ਵੱਡੀ ਰੁਕਾਵਟ ਬਣਨਾ, ਉਹ ਨਿਹੰਗ ਸਿੰਘਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਇੱਥੋਂ ਖਦੇੜਿਆ ਜਾਵੇ। ਉਹ ਨਿਹੰਗ ਸਿੰਘਾਂ ਨੂੰ ਇਸ ਮੋਰਚੇ ਤੋਂ ਲਾਂਭੇ ਕਰਨਾ ਚਾਹੁੰਦੀ ਆ। ਉਹ ਲਾਂਭੇ ਕਰਨ ਵਾਸਤੇ ਇੱਕ ਬੜੀ ਗਿਣੀ ਮਿੱਥੀ ਜਿਹੜੀ ਯੋਜਨਾ ਦੇ ਤਹਿਤ ਇਹ ਘਟਨਾ ਸਿੰਘੂ ਬਾਰਡਰ ਦੇ ਉੱਤੇ ਵਰਤਾਏਗੀ, ਕਿਉਂਕਿ ਸਰਕਾਰ ਨੂੰ ਪਤਾ ਕਿ ਓਨਾ ਵੱਡਾ ਟਕਰਾਓ, ਓਨਾ ਵੱਡਾ ਸਾਨੂੰ ਅਗਲੇ ਪਾਸਿਓਂ ਜਿਹੜਾ ਵਾ ਉਹ ਚੁਣੌਤੀ ਨਹੀਂ ਮਿਲੇਗੀ ਜਿੰਨੀ ਸਾਨੂੰ ਇਹ ਨਿਹੰਗ ਸਿੰਘ ਜਥੇਬੰਦੀਆਂ ਤੋਂ ਮਿਲਣੀ ਹੈ। ਪਰ ਇਹੋ ਕਾਰਨ ਕਿ ਜਿਹੜੀਆਂ ਘਟਨਾਵਾਂ ਪਹਿਲਾਂ ਪੰਜਾਬ ਦੇ ਵਿੱਚ ਬੇਅਦਬੀ ਦੀਆਂ ਵਾਪਰ ਰਹੀਆਂ ਸਨ, ਉਹ ਹੁਣ ਦਿੱਲੀ ਵਾਲੇ ਪਾਸੇ ਨੂੰ ਉਹਨਾਂ ਨੇ ਇਹਦਾ ਜਿਹੜਾ ਮੂੰਹ ਮੋੜਿਆ। ਪਰ ਸਭ ਤੋਂ ਵੱਧ ਹੈਰਾਨੀ ਇਹ ਹੋਈ ਆ ਕਿ ਕਿਸਾਨ ਜਥੇਬੰਦੀਆਂ ਨੇ ਬੜੀ ਕਾਹਲੀ ਦੇ ਵਿੱਚ ਇਹਦੇ ਤੇ ਪ੍ਰੈਸ ਕਾਨਫਰੰਸ ਕਰਕੇ ਤੇ ਆਪਣੇ ਬਿਆਨ ਜਾਰੀ ਕਰਨੇ ਸ਼ੁਰੂ ਕਰ ਦਿੱਤੇ। ਚਾਹੀਦਾ ਤਾਂ ਇਹ ਸੀ ਕਿ ਇੱਕ ਅੱਧਾ ਦਿਨ ਇਹ ਸਾਰੀ ਘਟਨਾ ਨੂੰ ਨੇੜਿਓਂ ਵਾਚਿਆ ਜਾਂਦਾ, ਨੇੜਿਓਂ ਵਾਚਣ ਤੋਂ ਬਾਅਦ ਫਿਰ ਕੋਈ ਬਿਆਨ ਜਾਰੀ ਕੀਤਾ ਜਾਂਦਾ, ਉਹਦੀ ਕੋਈ ਵਕਤ ਹੋਰ ਹੋਣੀ ਸੀ। ਪਰ ਹੁਣ ਇੱਕ ਹੋਰ ਕਿਸਾਨ ਜਥੇਬੰਦੀ ਨੇ ਬਹੁਤ ਗੰਭੀਰ ਜਿਹੜੇ ਇਹਦੇ ਉੱਤੇ ਜਿਹੜੇ ਆ ਉਹਨਾਂ ਨੇ ਆਪਣੇ ਜਿਹੜਾ ਖੁਲਾਸਾ ਕੀਤਾ। ਉਹਨਾਂ ਦਾ ਕਹਿਣਾ ਕਿ ਜਿਸ ਬੰਦੇ ਨੂੰ ਨਸ਼ੇੜੀ ਕਹਿ ਕੇ, ਤਿੰਨ ਧੀਆਂ ਦਾ ਪਿਓ ਕਹਿ ਕੇ ਮੀਡੀਆ ਦੇ ਵਿੱਚ ਬੜਾ ਉਛਾਲਿਆ ਜਾ ਰਿਹਾ, ਉਸ ਬੰਦੇ ਦੇ ਬਹੁਤ ਹੀ ਅਹਿਮ ਬੰਦਿਆਂ ਦੇ ਨਾਲ ਉੱਠਣੀ ਬੈਠਣੀ ਸੀ। ਉਹਦਾ ਜਿਹੜਾ ਉਹ ਬਿਲਕੁਲ ਜਾਂਚ ਦੇ ਵਿੱਚ ਉਹ ਸਾਰਾ ਕੁਝ ਸਾਹਮਣੇ ਆਉਣਾ ਚਾਹੀਦਾ ਕਿ ਉਹ ਬੰਦੇ ਕੌਣ ਸਨ ਜਿਨ੍ਹਾਂ ਨਾਲ ਉਹਦੀ ਉੱਠਣੀ ਬੈਠਣੀ ਸੀ, ਕਿ ਉਹਨਾਂ ਨੂੰ ਉੱਥੇ ਕਿੰਨੇ ਭੇਜਿਆ। ਪਿੰਡ ਵਾਲਿਆਂ ਦਾ ਵੀ ਕਹਿਣਾ ਸੀ ਕਿ ਇਹ ਜਿਹੜਾ ਬੰਦਾ ਇਹ ਕਦੀ ਤਰਨਤਾਰਨ ਆਪ ਨਹੀਂ ਸੀ ਜਾ ਸਕਦਾ ਆਪਣੇ ਤੌਰ ਤੇ, ਉਹ ਦਿੱਲੀ ਕਿਸ ਤਰ੍ਹਾਂ ਉੱਪੜ ਗਿਆ, ਜਿਹੜਾ ਸਾਰੀ ਜ਼ਿੰਦਗੀ ਹੁਣ ਤੱਕ ਕੈਪਰੀ ਤੇ ਇੱਕ ਟੀ-ਸ਼ਰਟ ਦੇ ਵਿੱਚ ਗੁਜ਼ਾਰਦਾ ਸੀ, ਉਹਦੇ ਕੋਲ ਨਿਹੰਗ ਸਿੰਘਾਂ ਦੇ ਬਸਤਰ ਕਿੱਥੋਂ ਆਏ। ਅਗਰ ਇਹ ਬੰਦੇ ਨੂੰ ਮੌਕੇ ਤੋਂ ਨਾ ਫੜਿਆ ਜਾਂਦਾ ਤੇ ਬੇਅਦਬੀਆਂ ਹੋਰ ਵੀ ਵਾਪਰਨੀਆਂ ਸਨ। ਜਿਹੜਾ ਇੱਕ ਅਹਿਮ ਖੁਲਾਸਾ ਹੋਇਆ ਕਿ ਇਸ ਬੰਦੇ ਨੇ ਬੜੀ ਚਤੁਰਾਈ ਦੇ ਨਾਲ ਜਦੋਂ ਉੱਥੋਂ ਜਿਹੜੀ ਬੱਸ ਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਾਲੀ, ਜਿਹਦੇ ਵਿੱਚ ਧਾਰਮਿਕ ਗ੍ਰੰਥ ਹੋਰ ਵੀ ਸਨ, ਜਿਹਦੇ ਵਿੱਚ ਰੋਜ਼ ਪ੍ਰਕਾਸ਼ ਕਰਕੇ ਬਾਣੀ ਉੱਥੇ ਸੁਣਾਈ ਜਾਂਦੀ ਸੀ, ਪੜ੍ਹੀ ਜਾਂਦੀ ਸੀ, ਉਹ ਜਦੋਂ ਮੁੱਖ ਗ੍ਰੰਥੀ ਉੱਥੋਂ ਕੁਝ ਸਮੇਂ ਵਾਸਤੇ ਆਪਣੀ ਕਿਰਿਆ ਸੋਧਨ ਵਾਸਤੇ ਸਿਰ ਦੀ ਇਸ਼ਨਾਨ ਕਰਨ ਵਾਸਤੇ ਗਏ, ਇਸ ਬੰਦੇ ਨੇ ਬਾਰੀ ਖੋਲ ਕੇ ਉਹਦੇ ਵਿੱਚੋਂ ਇੱਕ ਗ੍ਰੰਥ ਚੁੱਕਿਆ। ਹੁਣ ਇਸ ਨੂੰ ਇਹ ਤੇ ਪਤਾ ਨਹੀਂ ਸੀ ਗ੍ਰੰਥ ਕਿਹੜਾ। ਇੱਕ ਗ੍ਰੰਥ ਚੁੱਕਿਆ, ਚੁੱਕਣ ਤੋਂ ਬਾਅਦ ਕਾਫੀ ਦੂਰ ਇੱਕ ਸਾਈਕਲ ਉਹਦੇ ਉੱਤੇ ਰੱਖ ਕੇ ਆਇਆ। ਉੱਥੇ ਇੱਕ ਬੀਬੀ ਨੇ ਦੇਖਿਆ, ਉਹ ਬੀਬੀ ਵੀ ਮਗਰ ਮਗਰ ਚੱਲ ਪਈ ਹੈ। ਇਸ ਤੋਂ ਬਾਅਦ ਵਾਪਸ ਆਇਆ। ਇਹਦੀ ਮਨਸ਼ਾ ਸੀ ਕਿ ਹੋਰ ਗ੍ਰੰਥ ਵੀ ਚੁੱਕ ਕੇ ਲਿਜਾਏ ਜਾਣ ਤਾਂ ਕਿ ਇੱਕ ਵੱਡੀ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਜਾਵੇ। ਔਰ ਉਸ ਅਕਾਲ ਪੁਰਖ ਦੇ ਭਾਣੇ ਸਦਕਾ ਇਹ ਸਾਰਾ ਕੁਝ ਵਾਪਰ ਕੇ ਔਰ ਜੋ ਇਹਦੇ ਨਾਲ ਹੋਇਆ ਬੀਤਿਆ, ਉਹਦੇ ਵਿੱਚੋਂ ਇੱਕ ਗੱਲ ਸਾਹਮਣੇ ਆਈ ਆ ਕਿ ਇਹ ਜਿਹੜੇ ਬੰਦੇ ਨੇ, ਇਹ ਇੱਕ ਖਾਸ ਗਰੋਹ ਜਿਹੜਾ ਸਾਰੇ ਇਸ ਦੇਸ਼ ਦੇ ਵਿੱਚ ਕੰਮ ਕਰ ਰਿਹਾ ਏ, ਜਿਹੜਾ ਇਸ ਕਿਸਮ ਦੇ ਬੰਦਿਆਂ ਨੂੰ ਪਹਿਲਾਂ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਚੁਣਦਾ ਹੈ। ਚੁਣਨ ਤੋਂ ਬਾਅਦ ਉਹਨਾਂ ਨੂੰ ਕੋਈ ਨਾ ਕੋਈ ਲਾਲਚ ਦੇ ਕੇ, ਜਿਸ ਤਰ੍ਹਾਂ ਕਿਹਾ ਜਾ ਰਿਹਾ ਕਿ ਦਿੱਲੀ ਦੇ ਵਿੱਚ 20 ਬੰਦਿਆਂ ਦਾ ਗਰੁੱਪ ਇਹੋ ਜਿਹਾ ਪਹੁੰਚਿਆ ਜਿਨ੍ਹਾਂ ਨੂੰ 30,000 ਰੁਪਇਆ ਜਿਹੜਾ ਉਹ ਦੇਣ ਦਾ ਵਾਅਦਾ ਕੀਤਾ ਗਿਆ ਜਾਂ ਦਿੱਤਾ ਗਿਆ। ਉਹ ਬੰਦਿਆਂ ਦੀ ਨਿਸ਼ਾਨਦੇਹੀ ਕਰਨੀ ਅਤ ਜ਼ਰੂਰੀ ਆ ਕਿ ਪਿੱਠ ਪਿੱਛੇ ਕਿਹੜੇ ਬੰਦੇ ਨੇ ਜਿਹੜੇ ਇਸ ਕਿਸਮ ਦੇ ਲੋਕਾਂ ਨੂੰ ਚੁਣਦੇ ਨੇ, ਜਿਨ੍ਹਾਂ ਦੀ ਵੇਖਣ ਤੋਂ ਜਾਂ ਇਲਾਕੇ ਦੇ ਵਿੱਚੋਂ ਨਸ਼ੇੜੀ ਜਾਂ ਨੀਮ ਪਾਗਲਾਂ ਵਰਗੀਆਂ ਹਰਕਤਾਂ ਕਰਦੇ ਹੋਣ। ਅਸਲ ਦੇ ਵਿੱਚ ਇਹ ਮਚਲੇ ਪਾਗਲ ਹੁੰਦੇ ਨੇ, ਨੀਮ ਪਾਗਲ ਨਹੀਂ ਹੁੰਦੇ। ਇਹਨਾਂ ਦਾ ਆਪਣਾ ਇੱਕ ਮਕਸਦ ਹੁੰਦਾ ਏ, ਚਾਹੇ ਉਹ ਨਸ਼ਾ ਕਰਦੇ ਨੇ ਚਾਹੇ ਹੋਰ ਕਿਸਮ ਦਾ, ਬਿਲਕੁਲ ਸੁਰਤ ਇਹਨਾਂ ਨੂੰ ਹੁੰਦੀ ਏ, ਪਰ ਲੋਕਾਂ ਦੇ ਵਿੱਚ ਇਹਨਾਂ ਦਾ ਚਿਹਰਾ ਮੋਹਰਾ ਇਸ ਤਰ੍ਹਾਂ ਦਾ ਹੁੰਦਾ ਤੇ ਇਹਨਾਂ ਨੂੰ ਚੁਣਦਾ ਕੌਣ ਆ, ਉਹਨਾਂ ਦੇ ਪਿੱਛੇ ਉਹਨਾਂ ਤੱਕ ਜ਼ਰੂਰ ਪਹੁੰਚਣਾ ਚਾਹੀਦਾ ਹੈ ਹਰ ਹਾਲਾਤ ਦੇ ਵਿੱਚ। ਚਾਹੇ ਉਹ ਸਿੱਖ ਜਥੇਬੰਦੀਆਂ ਉਪਰਾਲਾ ਕਰਨ, ਚਾਹੇ ਜਿਹੜੇ ਰਿਟਾਇਰ ਹੋ ਚੁੱਕੇ ਇੰਟੈਲੀਜੈਂਸ ਦੇ ਅਫਸਰ ਨੇ ਜਿਹੜਾ ਥੋੜਾ ਬਹੁਤਾ ਵੀ ਸਿੱਖੀ ਦਾ ਦਰਦ ਰੱਖਦੇ ਨੇ, ਜਾਂ ਹੋਰ ਜਿਹੜੇ ਪੰਥ ਨਾਲ ਪ੍ਰੇਮ ਕਰਦੇ ਨੇ, ਉਹਨਾਂ ਨੂੰ ਚਾਹੀਦਾ ਹੈ ਇਹ ਪਹੁੰਚਣ। ਪਰ ਉੱਥੇ ਹੀ ਨਾਲ ਇੱਕ ਹੋਰ ਬੜੀ ਜ਼ਰੂਰੀ ਬੇਨਤੀ ਆ ਉਹਨਾਂ ਲੋਕਾਂ ਵਾਸਤੇ,
ਸਾਰੇ ਪੰਜਾਬ ਦੇ ਲੋਕਾਂ ਵਾਸਤੇ ਕਿ ਜਿੱਥੇ ਵੀ ਕਿਤੇ ਤੁਹਾਡੇ ਮੁਹੱਲੇ ਦੇ ਨੇੜੇ ਜਾਂ ਤੁਹਾਡੇ ਮੁਹੱਲੇ ਦੇ ਵਿੱਚ ਐਸੇ ਨੀਮ ਪਾਗਲ ਲੋਕ ਪਾਏ ਜਾਂਦੇ ਨੇ ਜਾਂ ਦੇਖੇ ਜਾਂਦੇ ਨੇ, ਉਹਨਾਂ ਤੇ ਜ਼ਰੂਰ ਜਿਹੜੀ ਆਪਣੀ ਨਜ਼ਰ ਜਿਹੜੀ ਆ ਰੱਖੋ, ਕਰੜੀ ਨਜ਼ਰ ਰੱਖੋ ਕਿ ਉਹ ਅਗਰ ਕੋਈ ਨਵਾਂ ਬੰਦਾ ਤੁਹਾਡੇ ਮੁਹੱਲੇ ਦੇ ਵਿੱਚ ਆਇਆ ਇਸ ਕਿਸਮ ਦਾ ਜਿਹੜਾ ਨੀਮ ਪਾਗਲ ਲੱਗਦਾ ਹੋਵੇ, ਉਹਦੀਆਂ ਹਰਕਤਾਂ ਕਿਹੋ ਜਿਹੀਆਂ ਨੇ, ਉਹ ਕਿੱਥੋਂ ਆਇਆ, ਤਹਿ ਤੱਕ ਜਾਣ ਦੀ ਲੋੜ ਹੈ। ਔਰ ਉਹਨੂੰ ਕੌਣ ਮਿਲਣ ਆਉਂਦਾ, ਚਾਹੇ ਉਹਨੂੰ ਰੋਟੀ ਦੇਣ ਦੇ ਬਹਾਨੇ ਆਉਂਦਾ, ਚਾਹੇ ਕਿਸੇ ਵੀ ਬਹਾਨੇ ਆਉਂਦਾ, ਕਿਹੜੇ ਲੋਕ ਉਹਨਾਂ ਨੂੰ ਮਿਲਦੇ ਆ, ਨਜ਼ਰ ਰੱਖਣ ਦੀ ਅਤ ਜ਼ਰੂਰੀ ਜਿਹੜੀ ਆ ਇਸ ਸਮੇਂ ਲੋੜ ਆ। ਇਹੋ ਹੀ ਨੀਮ ਪਾਗਲ ਬੰਦਿਆਂ ਨੂੰ ਚਾਹੇ ਏਜੰਸੀਆਂ ਕਹਿ ਲਓ, ਚਾਹੇ ਪੰਥ ਵਿਰੋਧੀ ਕਹਿ ਲਓ, ਉਹਨਾਂ ਨੇ ਵਰਗਲਾ ਕੇ ਇਹਨਾਂ ਤੋਂ ਕੰਮ ਕਰਵਾਏ ਤੇ ਕਰਵਾਉਣੇ ਨੇ। ਤੇ ਮੁੜ ਕੇ ਕੀ ਕਰਨਾ, ਅਗਰ ਇਹ ਫੜੇ ਵੀ ਜਾਂਦੇ ਆ ਤੇ ਪਾਗਲ ਦਾ ਜਿਹੜਾ ਇਹਨਾਂ ਨੂੰ ਸਰਟੀਫਿਕੇਟ ਦੇ ਕੇ ਛਡਵਾ ਲਿਆ ਜਾਂਦਾ ਹੈ। ਦੂਜੀ ਬੇਨਤੀ ਇੱਕ ਹੋਰ, ਜਿਹੜੇ ਬੰਦੇ ਇਸ ਕਿਸਮ ਦੇ ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ ਨੇ ਔਰ ਜਿਨ੍ਹਾਂ ਨੂੰ ਨੀਮ ਪਾਗਲ ਕਹਿ ਕੇ ਛੱਡ ਦਿੱਤਾ ਗਿਆ ਜਾਂ ਥੋੜੀ ਸਜ਼ਾ ਤੋਂ ਬਾਅਦ ਬਾਹਰ ਆ ਗਏ ਨੇ, ਜਥੇਬੰਦੀਆਂ ਨੂੰ ਉਹਨਾਂ ਉੱਤੇ ਵੀ ਜਿਹੜੀ ਬਹੁਤ ਗਹਿਰੀ ਨਜ਼ਰ ਰੱਖਣ ਦੀ ਲੋੜ ਹੈ ਕਿ ਉਹ ਇਸ ਸਮੇਂ ਹੁਣ ਕਿੱਥੇ ਨੇ, ਕੀ ਕਰ ਰਹੇ ਨੇ ਤੇ ਕਿਸ ਹਾਲਾਤ ਦੇ ਵਿੱਚ ਨੇ। ਦਿੱਲੀ ਦੀਆਂ ਸੰਗਤਾਂ ਨੂੰ ਬਹੁਤ ਸੁਚੇਤ ਹੋਣ ਦੀ ਲੋੜ ਹੈ, ਕਿਸਾਨ ਮੋਰਚੇ ਵਾਲਿਆਂ ਨੂੰ ਵੀ ਜਥੇਬੰਦੀਆਂ ਨੂੰ ਸੁਚੇਤ ਹੋਣ ਦੀ ਲੋੜ ਹੈ ਕਿ ਗੁਰਦੁਆਰਿਆਂ ਦੇ ਵਿੱਚ ਹੁਣ ਪਹਿਰੇ ਜਿਹੜੇ ਨੇ ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਵਧਾਉਣੇ ਪੈਣਗੇ। ਪੰਜਾਬ ਦੇ ਵਿੱਚ ਘਟਨਾਵਾਂ ਬਹੁਤ ਸਾਰੀਆਂ ਐਸੀਆਂ ਵਾਪਰ ਚੁੱਕੀਆਂ, ਅਜੇ ਤੱਕ ਰੁਕ ਨਹੀਂ ਰਹੀਆਂ। ਬਾਦਲ ਦਲ ਦੇ ਵੇਲੇ ਵੀ ਅਜਿਹਾ ਕੁਝ ਹੋਇਆ, ਕਾਂਗਰਸ ਦੇ ਵੇਲੇ ਵੀ ਅਜਿਹਾ ਕੁਝ ਹੋਇਆ ਤੇ ਹੋ ਰਿਹਾ ਹੈ। ਹਰਿਆਣਾ ਦੇ ਵਿੱਚ ਇਹ ਘਟਨਾ ਨਹੀਂ ਵਾਪਰ ਸਕਦੀ ਕਿਉਂਕਿ ਉੱਥੇ ਭਾਜਪਾ ਦਾ ਰਾਜ ਹੈ ਔਰ ਭਾਜਪਾ ਦੇ ਆਪਣੇ ਰਾਜ ਦੇ ਵਿੱਚ ਇਹੋ ਜਿਹੀ ਘਟਨਾਵਾਂ ਨਹੀਂ ਹੋਣ ਦੇਗੀ। ਹਿਮਾਚਲ ਦੇ ਵਿੱਚ ਵੀ ਭਾਜਪਾ ਦਾ ਰਾਜ ਹੈ। ਪਿੱਛੇ ਬਚਦੀ ਆ ਪੰਜਾਬ ਦੇ ਨੇੜੇ ਜਿਹੜੀ ਆ ਉਹ ਦਿੱਲੀ ਦੀ ਜਿਹੜੀ ਬਚਦਾ ਏਰੀਆ, ਉੱਥੋਂ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸਿੱਖ ਸੰਗਤਾਂ ਨੂੰ ਸੁਚੇਤ ਰਹਿਣਾ ਪਏਗਾ। ਉਹਨਾਂ ਦੇ ਗੁਰਦੁਆਰਿਆਂ ਦੇ ਨੇੜੇ, ਉਹਨਾਂ ਦੇ ਮੁਹੱਲਿਆਂ ਦੇ ਵਿੱਚ ਜਿਹੜੇ ਕੋਈ ਐਸੇ ਨਜ਼ਰ ਆਉਂਦੇ ਨੇ ਨੀਮ ਪਾਗਲ, ਉਹਨਾਂ ਤੇ ਬਹੁਤ ਜ਼ਿਆਦਾ ਧਿਆਨ ਰੱਖਣ ਦੀ ਲੋੜ ਆ। ਕਿਸੇ ਵੇਲੇ ਕੁਝ ਵੀ ਵਾਪਰ ਸਕਦਾ ਹੈ, ਕਿਸੇ ਤਰ੍ਹਾਂ ਵੀ ਵਾਪਰ ਸਕਦਾ ਹੈ। ਔਰ ਇਸ ਤੋਂ ਪਹਿਲਾਂ ਕਿ ਇਹ ਸਾਰਾ ਕੁਝ ਵਾਪਰੇ, ਸਾਨੂੰ ਬਹੁਤ ਹੀ ਜ਼ਿਆਦਾ ਜਿਹੜਾ ਸਾਵਧਾਨ ਹੋਣ ਦੀ ਲੋੜ ਹੈ। ਜੇ ਸਾਵਧਾਨ ਰਹਾਂਗੇ ਤੇ ਫਿਰ ਇਹ ਜਿਹੜੀਆਂ ਇਹਦੇ ਪਿੱਛੇ ਤਾਕਤਾਂ ਕੰਮ ਕਰ ਰਹੀਆਂ ਨੇ ਜਾਂ ਅਜਿਹੇ ਲੋਕ ਨੇ, ਤਾਂ ਹੀ ਉਹਨਾਂ ਨੂੰ ਬੇਨਕਾਬ ਕੀਤਾ ਜਾ ਸਕੇਗਾ। ਘਟਨਾ ਜੋ ਦਿੱਲੀ ਵਿਖੇ ਵਾਪਰੀ ਬਹੁਤ ਹੀ ਮਾੜੀ ਵਾਪਰੀ ਆ, ਇਹਦੀ ਸਾਰੇ ਪਾਸੋਂ ਨਿਖੇਧੀ ਕਰਨੀ ਚਾਹੀਦੀ ਸੀ। ਪਰ ਬੜਾ ਅਫਸੋਸ ਹੋਇਆ ਕਿ ਬਹੁਜਨ ਸਮਾਜ ਪਾਰਟੀ ਨੂੰ ਕਿਸੇ ਸਮੇਂ ਪੁੱਛਿਆ ਗਿਆ ਸੀ ਕਿ ਤੁਹਾਡਾ ਸੰਵਿਧਾਨ ਕੀ ਹੋਏਗਾ, ਤੁਹਾਡੀ ਪਾਰਟੀ ਦਾ। ਬਾਬੂ ਕਾਸ਼ੀ ਰਾਮ ਜੀ ਤੇ ਹੋਰ ਇਹਨਾਂ ਦੇ ਲੀਡਰ ਗਾਹੇ ਵਿਖਾਏ ਕਹਿੰਦੇ ਨੇ ਕਿ ਸਾਡਾ ਸੰਵਿਧਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਹੈ। ਪਰ ਜਦੋਂ ਇਹ ਘਟਨਾ ਵਾਪਰੀ, ਇਹਨਾਂ ਨੇ ਦਲਿਤ ਦਾ ਮੁੱਦਾ ਬਣਾ ਲਿਆ ਕਿ ਉਹ ਦਲਿਤ ਸੀ, ਦਲਿਤ ਕਰਕੇ ਮਾਰਿਆ ਜਿੰਨੇ ਬੇਅਦਬੀ ਦੀ ਘਟਨਾ। ਬਹੁਤ ਸਾਰੇ ਇਹਨਾਂ ਵੱਲੋਂ ਪੁੱਠੇ ਬਿਆਨ ਜਿਹੜੇ ਨੇ ਉਹ ਆਏ ਨੇ ਤੇ ਇਸ ਸਮੇਂ ਸਿੱਖ ਸੰਗਤਾਂ ਵੀ ਸਵਾਲ ਕਰ ਰਹੀਆਂ ਕਿ ਤੁਸੀਂ ਕਹਿੰਦੇ ਹੋ ਕਿ ਸਾਡੀ ਪਾਰਟੀ ਦਾ ਸੰਵਿਧਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ, ਤੇ ਫਿਰ ਇੱਕ ਵੀ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਲਿਤ ਲਿਖਿਆ ਵਿਖਾਲ ਦਿਓ। ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਤੇ ਸਾਰਿਆਂ ਲਈ ਇੱਕੋ ਜਿਹੀ ਆ, ਉਹ ਸਾਰੇ ਮਨੁੱਖਾਂ ਨੂੰ ਇੱਕ ਸਮਾਨ ਮੰਨਦੀ ਆ, ਤੇ ਤੁਸੀਂ ਦਲਿਤ ਤੇ ਉੱਚ ਜਾਤੀ ਦੇ ਨਾਂ ਦੇ ਉੱਤੇ ਰਾਜਨੀਤੀਆਂ ਕਰ ਰਹੇ ਜੇ। ਉੱਥੇ ਬਾਦਲ ਦਲ ਨੂੰ ਵੀ ਸਵਾਲ ਹੈ ਕਿ ਤੁਹਾਡਾ ਗੱਠਜੋੜ ਇਸ ਵਾਰ ਇਹਨਾਂ ਦੇ ਨਾਲ ਹੈ, ਬਹੁਜਨ ਸਮਾਜ ਪਾਰਟੀ ਦੇ ਨਾਲ, ਕਿ ਉਹਨਾਂ ਵੱਲੋਂ ਜਿਸ ਕਿਸਮ ਦੇ ਬਿਆਨ ਆ ਰਹੇ ਨੇ ਤੁਸੀਂ ਉਹਨਾਂ ਨਾਲ ਸਹਿਮਤ ਜੇ। ਚਿਹਰੇ ਬੇਨਕਾਬ ਹੋ ਰਹੇ ਨੇ, ਸਿਆਸਤਦਾਨਾਂ ਦੇ ਵੀ, ਵੱਖੋ-ਵੱਖ ਪਾਰਟੀਆਂ ਦੇ ਵੀ, ਭਾਜਪਾਈਆਂ ਦੇ ਵੀ, ਤੇ ਪੰਥ ਵਾਸਤੇ ਉਂਝ ਭਲੇ ਦੀ ਗੱਲ ਹੀ ਹੈ ਕਿ ਪੰਥ ਦੇ ਸਾਹਮਣੇ ਸਾਰੇ ਚਿਹਰੇ ਬੇਨਕਾਬ ਹੋ ਰਹੇ ਨੇ। ਘਟਨਾ ਕੀ ਮੋੜ ਕੱਟਦੀ ਹੈ ਸ਼ਾਮਾਂ ਤੱਕ ਜਾਂ ਸਵੇਰ ਤੱਕ, ਉਸ ਨਵੀਂ ਘਟਨਾ ਨੂੰ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗਾ, ਪਰ ਹਰ ਪਲ ਸਾਵਧਾਨ ਰਹਿਣ ਦੀ ਲੋੜ ਹੈ। ਅੱਜ ਇਸ ਅਹਿਮ ਖਬਰ ਦੇ ਨਾਲ, ਕੱਲ ਫਿਰ ਇੱਕ ਅਹਿਮ ਖਬਰ ਨਾਲ ਹਾਜ਼ਰ ਹੋਵਾਂਗਾ ਜੀ। ਤਦ ਤੱਕ ਵਾਸਤੇ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।